रास्ते पर आए थे तब जवानी थी। संत मत को इतना सीरियसली नहीं लिया था। काफी जवाबदारियां भी थी। जैसे जैसे सत्संग सुने, सेवा की तो मौज आने लगी। लेकिन अब तक तरक्की नहीं हुई है और अब तो काफी एज हो गई है। सुमरन भजन में बैठने में भी दिक्कत होती है, नींद आ जाती है। इसलिए ऐसा लगता है इस जन्म में शायद अच्छे इंसान बनने की स्टेज ही पूरी होगी। हमने भी ये सोच के सरेंडर कर दिया है कि बाकी के कर्म अगले जन्म में ही चुकता करेंगे। बाबा जी, क्या ये सोच सही है? भाई साहब, पहले तो हम कैसे तय करते हैं कि हम कहाँ पहुँचे हैं या कितनी तरक्की की है। इसमें कोई हिसाब किताब की तो बात नहीं है, प्रेम और प्यार की भावना की बात है। सो हमारा काम है कि अपनी तरफ से जितना कर सकते हैं करें। आगे मालिक की बख्शिश है, मगर हमारी भावना सच्ची होनी चाहिए और इन चीज़ों को कभी भी गिनती में नहीं लाना चाहिए। महाराज जी, जैसे कोई शिष्य है और उसने एक गुरु मानना है, तो जैसे वो उससे प्यार करता है और जैसे फोन पे वो किसी और दूसरे महात्मा का थोड़ी देर के लिए सत्संग सुन लेता है, तो क्या वो महाराज जी सही है जो बंदा प्यार करता है अपने महाराज जी से उसके लिए, या फिर कुछ रुकावट है उसके प्यार में? This season at Kalyan Jewelers, enjoy up to 1500 rupees off per gram on making charges. देखो, हम दो नाव में नहीं आगे बढ़ पाएंगे। अगर एक पैर एक नाव में होगा, दूसरा दूसरी में होगा, तो बेटा हम वहीं बटे जाएंगे। सत्संग सुनने में कोई दिक्कत नहीं है बेटा, किसी संत महात्मा के विचार सुनने में कोई दिक्कत नहीं है, मगर जो भी वो कहते हैं अगर हम उन सब चीज़ों को मिक्स करके आगे बढ़ना चाहेंगे तो वो तो खिचड़ी पक जाएगी ना। सो आप एक को चुन के देखो, मकसद सभी का एक जैसे है। उनकी सोच या जो उन्होंने रास्ता बताया है वातावरण बनाने का, वो शायद अलग अलग हो सकता है, मगर लक्ष्य तो एक है ना। सो इसलिए जो भी रास्ता आपको सही लगता है आप उससे जुड़कर आगे बढ़ने की कोशिश करें। ਬਾਬਾ ਜੀ, ਮੇਰਾ ਸਵਾਲ ਹੈ ਕਿ ਅਗਰ ਅਸੀਂ ਕਿਸੇ ਸੱਚੀ ਭਾਵਨਾ ਦੇ ਨਾਲ ਕਿਤੇ ਵੀ ਬੈਠੇ ਹੋਈਏ ਤੇ ਅਸੀਂ ਉਸ ਪਰਮਾਤਮਾ ਨੂੰ ਯਾਦ ਕਰੀਏ ਤੇ ਕੀ ਉਹ ਸਾਨੂੰ ਮਿਲਣ ਲਈ ਆਂਦਾ ਹੈ? ਮੈਂ ਇਹ ਗੱਲ ਸੁਣੀ ਹੈ, ਪਰ ਬਾਬਾ ਜੀ ਅਗਰ ਕਿਸੇ ਅਵਸਥਾ ਵਿੱਚ ਅਸੀਂ ਬੈਠੇ ਹੋਈਏ, ਅਸੀਂ ਸੱਚੀ ਭਾਵਨਾ ਦੇ ਨਾਲ ਤੁਹਾਨੂੰ ਯਾਦ ਕਰੀਏ, ਕੀ ਤੁਸੀਂ ਆਓਗੇ? ਭਾਵਨਾ ਸੱਚੀ ਹੋਣੀ ਚਾਹੀਦੀ ਹੈ ਬੇਟਾ। ਬਾਬਾ ਜੀ, ਇੱਕ ਛੋਟੀ ਜੀ ਬੇਨਤੀ ਹੈ ਕਿ ਜਦੋਂ ਮੈਂ ਇਸ ਦੁਨੀਆ ਤੋਂ ਜਾਵਾਂ ਤੇ ਮੇਰੇ ਸਾਹਮਣੇ ਤੁਸੀਂ ਹੋਵੋ ਤੇ ਬਾਬਾ ਜੀ ਮੇਰੇ ਪੂਰੇ ਪਰਿਵਾਰ ਤੇ ਦਇਆ ਮਿਹਰ ਬਣਾਈ ਰੱਖਣਾ ਤੇ ਨਾਮਦਾਨ ਦੀ ਬਖਸ਼ਿਸ਼ ਕਰਨਾ। ਦੱਸੋ ਬੇਟਾ, ਤੁਸੀਂ ਇਹ ਕਿਉਂ ਕਿਹਾ ਕਿ ਤੁਸੀਂ ਹੋਵੋ? ਦੇਖੋ, ਜਹਾਂ ਆਸਾ ਤਹਾਂ ਵਾਸਾ। ਮਾਲਿਕ ਹਰੇਕ ਨੂੰ ਲੈਣ ਵਾਸਤੇ ਆਂਦਾ। ਇਹ ਆਪਣੀ ਕੋਈ ਗਲਤ ਫਹਿਮੀ ਹੈ ਕਿ ਮਾਲਿਕ ਸਿਰਫ ਚੰਦ ਇਨਸਾਨਾਂ ਨੂੰ ਲੈਣ ਵਾਸਤੇ ਆਉ। ਮਾਲਿਕ ਨਹੀਂ ਪਕਸ਼ਪਾਤ ਕਰ ਸਕਦਾ ਬੇਟਾ। ਜੇ ਮਾਲਿਕ ਪਕਸ਼ਪਾਤ ਕਰਦਾ ਹੈ ਨਾ, ਫਿਰ ਉਹ ਸਾਡੇ ਭਗਤੀ ਦੇ ਕਾਬਿਲ ਨਹੀਂ। ਉਹਦੇ ਵਾਸਤੇ ਸਾਰੇ ਇੱਕੋ ਜਿਹੇ ਹੈ, ਉਹਨੇ ਸਾਰਿਆਂ ਨੂੰ ਲੈਣ ਵਾਸਤੇ ਆਣਾ। ਫਰਕ ਕਿੱਥੇ ਹੈ? ਜਿਨ੍ਹਾਂ ਨੇ ਭਗਤੀ ਕੀਤੀ ਆ ਉਹ ਉਹਨੂੰ ਪਹਿਚਾਨ ਲੈਂਦੇ ਆ, ਜਿਨ੍ਹਾਂ ਨੇ ਭਗਤੀ ਹੀ ਨਹੀਂ ਕੀਤੀ ਉਹਨਾਂ ਨੂੰ ਪਤਾ ਹੀ ਨਹੀਂ ਕਿ ਕੌਣ ਆਇਆ। ਇਹੀ ਫਰਕ ਹੈ। ਬੜਾ ਮਨ ਕਰਦਾ ਸੀ 25-30 ਸਾਲ ਤੱਕ ਸੱਚੇ ਪਾਤਸ਼ਾਹ ਤੇਰੇ ਰੂਬਰੂ ਹੋਣਾ। ਜਦ ਮੈਂ ਆਪਣੇ ਜੱਥੇ ਵਾਲੇ ਨੂੰ ਕਿਹਾ ਜੇ ਤੁਸੀਂ ਰੂਬਰੂ ਨਹੀਂ ਹੋਏ ਤਾਂ ਤੁਸੀਂ ਸੇਵਾ ਕਰਨ ਜਾਂਦੇ ਹੋ, ਬਾਬੇ ਨਾਲ ਕਦੀ ਗੱਲ ਕੀਤੀ ਹੈ? ਕਹਿੰਦੇ ਨਹੀਂ ਕੀਤੀ। ਮੈਂ ਕਿਹਾ ਕੋਈ ਨਹੀਂ, ਮੈਂ ਪਰਚੀ ਕਿਸੇ ਦਿਨ ਪਾਊਂਗਾ। ਤੇ ਸੱਚੇ ਪਾਤਸ਼ਾਹ ਨੇ ਮੇਰੀ ਪਰਚੀ ਕੱਟ ਦਿੱਤੀ ਅੱਜ। ਨਹੀਂ ਬੇਟਾ, ਕਾਹਦੀਆਂ ਗੱਲਾਂ ਹੈਗੀਆਂ। ਇਹ ਵੀ ਮਨ ਦਾ ਇੱਕ ਭਰਮ ਹੈ ਬੇਟਾ ਕਿ ਜੀ ਗੱਲ ਕਰ ਲਵਾਂਗੇ ਤਾਂ ਗੱਲ ਕਰਨ ਦੇ ਨਾਲ ਕੀ ਹੋ ਜਾਊਗਾ। ਆਪਾਂ ਤਾਂ ਨਤੀਜੇ ਨੂੰ ਦੇਖਣਾ ਹੈ ਨਾ ਜੀ ਸਰ। ਤਾਂ ਨਤੀਜਾ ਤਾਂ ਹੁਣ ਕਰਮ ਦਾ ਹਿਸਾਬ ਕਿਤਾਬ ਜੋ ਆਪਾਂ ਕੀਤੇ ਉਹਦਾ ਹਿਸਾਬ ਕਿਤਾਬ ਤਾਂ ਦੇਣਾ ਪਊਗਾ। ਸੋ ਬਜਾਏ ਦੇ ਕਿ ਆਪਾਂ ਬਾਹਰਲੀਆਂ ਗੱਲਾਂ ਵਿੱਚ ਪਏ ਰਹੀਏ, ਨਾ ਬਾਹਰਲੇ ਸਾਧਨਾਂ ਵਿੱਚ ਪਏ ਰਹੀਏ, ਜੇ ਆਪਾਂ ਭਜਨ ਸਿਮਰਨ ਕਰਾਂਗੇ ਉਹਨੇ ਕਿਸੇ ਚੀਜ਼ ਦੀ ਕਮੀ ਨਹੀਂ ਛੱਡਣੀ।
ਆਪਾਂ ਝੂਠੀਆਂ ਤਸੱਲੀਆਂ 'ਚ ਪੈ ਜਾਂਦੇ ਹਾਂ, ਕਿਉਂਕਿ ਮਨ ਅਲੱਗ-ਅਲੱਗ ਭਾਵਨਾਵਾਂ ਸਾਡੇ ਸਾਹਮਣੇ ਰੱਖ ਦਿੰਦਾ ਹੈ। ਹੁਣ ਸਾਨੂੰ ਖੁਸ਼ੀ ਹੋ ਜਾਂਦੀ ਹੈ ਜੀ ਬਾਬੇ ਨੇ ਮੇਰੇ ਨਾਲ ਗੱਲ ਕਰ ਲਿੱਤੀ, ਤਾਂ ਫਿਰ ਕੀ ਹੋਇਆ? ਉਹਦੇ ਨਾਲ ਕਰਮ ਤਾਂ ਨਹੀਂ ਖਤਮ ਹੋਣੇ। ਸੋ ਬਾਬੇ ਨੇ ਤਾਂ ਤੁਹਾਨੂੰ ਉਹ ਉਸ ਰਸਤੇ ਤੇ ਲੈ ਕੇ ਜਾਣਾ ਜਿੱਥੇ ਸਾਡੇ ਕਰਮ ਖਤਮ ਹੋਣ ਬੇਟਾ।